ਹੈਲੋ ਸਟੂਡੈਂਟਸ, ਅੱਜ ਅਸੀਂ ਪਾਠ 14ਵਾਂ ਆਜ਼ਾਦੀ ਦਾ ਸੁੱਖ ਇਸ ਨੂੰ ਹੀ ਕਰਾਂਗੇ। ਇਸ ਕਹਾਣੀ ਵਿੱਚ ਲੇਖਕ ਨੇ ਦੱਸਿਆ ਹੈ ਕਿ ਆਜ਼ਾਦੀ ਦੇ ਬਹੁਤ ਹੀ ਸੁੱਖ ਹੁੰਦੇ ਹਨ, ਭਾਵੇਂ ਕੋਈ ਮਨੁੱਖ ਹੈ ਜਾਂ ਕੋਈ ਜੀਵ ਜੰਤੂ। ਆਜ਼ਾਦੀ ਉਸ ਨੂੰ ਚਾਹੀਦੀ ਹੈ, ਸਾਨੂੰ ਕਿਸੇ ਦੀ ਆਜ਼ਾਦੀ ਨਹੀਂ ਖੋਣੀ ਚਾਹੀਦੀ। ਇਸ ਬਾਰੇ ਇਸ ਚੈਪਟਰ ਵਿੱਚ ਕਹਿਣ ਦੀ ਗੱਲ ਕੀਤੀ ਹੈ। ਪਿੰਟੂ ਇੱਕ ਪਿੰਡ ਵਿੱਚ ਰਹਿੰਦਾ ਸੀ। ਇੱਕ ਦਿਨ ਉਹ ਇਕੱਲਾ ਹੀ ਘਰੋਂ ਬਾਹਰ ਘੁੰਮਣ ਲਈ ਨਿਕਲਿਆ। ਘੁੰਮਦਾ ਘੁੰਮਦਾ ਉਹ ਖੇਤਾਂ ਵੱਲ ਚਲਾ ਗਿਆ। ਜਦ ਉਹ ਇੱਕ ਬੁੱਢੇ ਬੋਹੜ ਕੋਲ ਲੰਘ ਰਿਹਾ ਸੀ ਤਾਂ ਉਹਦੇ ਕੰਨਾਂ ਵਿੱਚ ਟੈਂ ਟੈਂ ਦੀ ਆਵਾਜ਼ ਪਈ। ਉਹ ਚੌਕੰਨਾ ਹੋ ਗਿਆ। ਬੋਹੜ ਦੇ ਨੇੜੇ ਆ ਕੇ ਪਿੰਟੂ ਨੇ ਵੇਖਿਆ ਕਿ ਤੋਤੇ ਦੇ ਨੰਨੇ ਬੱਚੇ ਬੋਹੜ ਦੀ ਇੱਕ ਖੋੜ ਵਿੱਚ ਕੁਝ ਬਾਹਰ ਆ ਕੇ ਲਾਲ ਰੰਗ ਦੀਆਂ ਚੁੰਝਾਂ ਖੋਲ੍ਹ ਕੇ ਟੈਂ ਟੈਂ ਕਰ ਰਹੇ ਨੇ। ਪਿੰਟੂ ਸੋਚਣ ਲੱਗਾ ਕਿ ਕਿੰਨਾ ਚੰਗਾ ਹੋਵੇ ਜੇ ਮੈਂ ਇਹਨਾਂ ਵਿੱਚੋਂ ਇੱਕ ਨੂੰ ਪਕੜ ਕੇ ਘਰ ਲੈ ਚੱਲਾਂ, ਬੜਾ ਮਜ਼ਾ ਆਏਗਾ। ਤਾਂ ਇਸ ਤਰੀਕੇ ਦੀ ਗੱਲ ਜਿਹੜੀ ਪਿੰਟੂ ਦੇ ਮਨ ਵਿੱਚ ਆ ਰਹੀ ਸੀ ਜਦੋਂ ਬਾਹਰ ਘੁੰਮਣ ਗਿਆ ਹੋਇਆ ਸੀ। ਫਿਰ ਪਿੰਟੂ ਦੇ ਮਨ ਵਿੱਚ ਸਵਾਲ ਪੈਦਾ ਹੋਇਆ, ਪਰ ਮੇਰੇ ਘਰ ਤਾਂ ਪਿੰਜਰਾ ਹੀ ਨਹੀਂ ਸੀ, ਬੱਚਾ ਲਿਜਾ ਕੇ ਕੀ ਕਰਾਂਗਾ? ਪਹਿਲਾਂ ਜਾ ਕੇ ਪਿੰਜਰਾ ਖਰੀਦਦਾ ਹਾਂ, ਫਿਰ ਉਸ ਵਿੱਚ ਬੱਚੇ ਨੂੰ ਬੰਦ ਕਰ ਲਵਾਂਗਾ। ਤੋਤੇ ਦੇ ਬੱਚੇ ਤਾਂ ਮੇਰੇ ਲਈ ਘੜੇ ਦੀ ਮੱਛੀਆਂ ਹਨ, ਜਦ ਚਾਹਾਂ ਖੋੜ ਵਿੱਚ ਹੱਥ ਪਾ ਕੇ ਇਹਨਾਂ ਨੂੰ ਪਕੜ ਲਵਾਂਗਾ। ਨਾਲੇ ਅਜੇ ਤਾਂ ਇਹ ਕਈ ਦਿਨਾਂ ਤੱਕ ਨਹੀਂ ਉੱਡ ਸਕਦੇ। ਕਹਿੰਦਾ ਕਿ ਪਹਿਲਾਂ ਮੇਰੇ ਘਰ ਪਿੰਜਰਾ ਨਹੀਂ ਹੈ, ਪਹਿਲਾਂ ਮੈਂ ਪਿੰਜਰਾ ਲੈ ਆਉਣਾ, ਉਸ ਤੋਂ ਬਾਅਦ ਜਦੋਂ ਕਹਿੰਦਾ ਦਿਲ ਮੇਰਾ ਕਰੇਗਾ ਇਹਨਾਂ ਨੂੰ ਮੈਂ ਪਾ ਲਾਂਗਾ, ਕੱਢ ਲਵਾਂਗਾ ਇਹਦੇ ਵਿੱਚੋਂ। ਇਸ ਤਰ੍ਹਾਂ ਸੋਚਦਾ ਹੋਇਆ ਉਹ ਘਰ ਮੁੜ ਆਇਆ। ਆਉਂਦਾ ਹੀ ਮੰਮੀ ਨੂੰ ਪਿੰਜਰਾ ਲਿਆਉਣ ਲਈ ਆਖਣ ਲੱਗਾ, ਪਰ ਮੰਮੀ ਨੇ ਉਸ ਦੀ ਮੰਗ ਪੂਰੀ ਨਾ ਕੀਤੀ। ਸ਼ਾਮ ਨੂੰ ਜਦ ਉਸਦੇ ਪਾਪਾ ਘਰ ਆਏ ਤਾਂ ਪਿੰਟੂ ਦੇ ਪਾਪਾ ਕੋਲ ਵੀ ਉਹ ਮੰਗ ਦੁਹਰਾਈ। ਪਹਿਲਾਂ ਤਾਂ ਪਾਪਾ ਵੀ ਮੰਮੀ ਦਾ ਸਾਥ ਦੇਣ ਲੱਗੇ, ਪਰ ਫਿਰ ਪਿਆਰ ਅੱਗੇ ਝੁੱਕ ਕੇ ਉਸ ਨੂੰ ਬਾਜ਼ਾਰੋਂ ਪਿੰਜਰਾ ਦਿਵਾਉਣ ਲਈ ਚਲੇ ਗਏ। ਮੰਮੀ ਨੂੰ ਇਹ ਕੁਝ ਚੰਗਾ ਨਾ ਲੱਗਿਆ। ਉਹ ਕਹਿਣ ਲੱਗੇ ਕਿ ਤੁਸੀਂ ਪਿੰਟੂ ਦੀ ਨਾਜਾਇਜ਼ ਮੰਗਾਂ ਮੰਨ ਕੇ ਉਸ ਨੂੰ ਵਿਗਾੜ ਰਹੇ ਹੋ। ਮੈਂ ਪਿੰਜਰਾ ਖਰੀਦਣ ਦੇ ਹੱਕ ਵਿੱਚ ਨਹੀਂ ਹਾਂ। ਮਾਂ ਨੇ ਤਾਂ ਜਵਾਬ ਦੇ ਦਿੱਤਾ ਕਿ ਮੈਂ ਤੈਨੂੰ ਪਿੰਜਰਾ ਖਰੀਦਣ ਦੇ ਹੱਕ ਵਿੱਚ ਨਹੀਂ ਹਾਂ, ਪਰ ਪਾਪਾ ਜਿਹੜੇ ਸੀ ਜਦੋਂ ਸ਼ਾਮ ਨੂੰ ਆਏ ਤਾਂ ਉਹ ਪਿੰਟੂ ਦੀ ਜਿਹੜੀ ਮੰਗ ਅੱਗੇ ਝੁੱਕ ਕੇ ਜਾਂ ਪਿਆਰ ਅੱਗੇ ਝੁੱਕ ਕੇ ਤਾਂ ਉਸ ਨੂੰ ਪਿੰਜਰਾ ਦਿਵਾਉਣ ਵਾਸਤੇ ਜਿਹੜਾ ਸੀ ਉਹ ਮੰਨ ਗਏ। ਪਰ ਪਾਪਾ ਪਿੰਟੂ ਨੂੰ ਲੈ ਕੇ ਬਾਜ਼ਾਰ ਚੱਲ ਗਏ। ਅੱਧੇ ਘੰਟੇ ਤੋਂ ਬਾਅਦ ਜਦੋਂ ਪਾਪਾ ਨਾਲ ਆਇਆ ਤਾਂ ਉਸ ਦੇ ਹੱਥ ਵਿੱਚ ਇੱਕ ਪਿੰਜਰਾ ਸੀ। ਦੂਜੇ ਦਿਨ ਸਕੂਲੋਂ ਛੁੱਟੀ ਸੀ। ਸਵੇਰੇ ਹੁੰਦਿਆਂ ਸਾਰ ਹੀ ਪਿੰਟੂ ਘਰੋਂ ਇਕੱਲਾ ਹੀ ਬਾਹਰ ਨਿਕਲ ਗਿਆ ਤੇ ਸਿੱਧਾ ਉਸ ਬੁੱਢੇ ਬੋਹੜ ਵੱਲ ਜਾਣ ਲੱਗਾ ਜਿਸ ਦੀ ਖੋੜ ਵਿੱਚ ਉਹ ਬੱਚੇ ਸਨ। ਕੁਝ ਹੀ ਚਿਰਾਂ ਪਿੱਛੋਂ ਤੇਜ਼ ਕਦਮ ਪੁੱਟਦਾ ਹੋਇਆ ਪਿੰਟੂ ਬੋਹੜ ਦੇ ਕੋਲ ਆਇਆ ਅਤੇ ਇੱਕ ਬੱਚਾ ਬੋਹੜ ਦੀ ਖੋੜ ਵਿੱਚੋਂ ਕੱਢ ਕੇ ਘਰ ਲੈ ਗਿਆ। ਪਿੰਟੂ ਨੇ ਤੋਤੇ ਦੇ ਬੱਚੇ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ। ਪਿੰਟੂ ਪਿੰਜਰੇ ਨੂੰ ਚੁੱਕ ਕੇ ਕਦੇ ਇੱਧਰ ਜਾਂਦਾ ਕਦੇ ਉੱਧਰ। ਉਸਨੇ ਬੋਹੜ ਦਾ ਨਾਂ ਗੰਗੂ ਰੱਖ ਦਿੱਤਾ। ਗੰਗੂ ਹੌਲੀ ਹੌਲੀ ਵੱਡਾ ਹੋਣ ਲੱਗਾ। ਇੱਕ ਦਿਨ ਪਿੰਟੂ ਦੇ ਨਾਨੀ ਜੀ ਆਏ। ਪਿੰਟੂ ਫਟਾਫਟ ਛੱਤ 'ਤੇ ਗਿਆ ਅਤੇ ਉਹ ਪਿੰਜਰਾ ਚੁੱਕ ਕੇ ਲਿਆ ਕੇ ਨਾਨੀ ਜੀ ਨੂੰ ਕੋਲ ਲੈ ਆਇਆ। ਦੇਖੋ ਨਾਨੀ ਜੀ, ਮੇਰਾ ਗੰਗੂ, ਪਿੰਟੂ ਨੇ ਕਿਹਾ। ਨਾਨੀ ਜੀ ਵੇਖ ਕੇ ਗੰਗੂ ਨੂੰ ਬਹੁਤ ਨਾਨੀ ਜੀ ਨੇ ਗੰਗੂ ਨੂੰ ਦੇਖਿਆ, ਉਹ ਬਹੁਤ ਉਦਾਸ ਬੈਠਾ ਸੀ। ਨਾਨੀ ਜੀ ਪਿੰਟੂ ਨੂੰ ਪਿਆਰ ਨਾਲ ਸਮਝਾਉਣ ਲੱਗੇ ਕਿ ਦੇਖ ਪਿੰਟੂ, ਕਿਸੇ ਵੀ ਜੀਵ ਨੂੰ ਕੈਦੀ ਬਣਾਉਣਾ ਚੰਗਾ ਨਹੀਂ ਹੁੰਦਾ। ਮਨੁੱਖ ਤਾਂ ਕਿ ਪਸ਼ੂ ਪੰਛੀ ਵੀ ਗੁਲਾਮ ਰਹਿਣਾ ਪਸੰਦ ਨਹੀਂ ਕਰਦੇ, ਇਸ ਲਈ ਤੂੰ ਇਸ ਨੂੰ ਛੱਡ ਦੇ। ਪਿੰਟੂ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ। ਨਾਨੀ ਜੀ ਫਿਰ ਬੋਲੇ, ਅੱਛਾ, ਜੇ ਮੈਂ ਤੈਨੂੰ 100 ਰੁਪਇਆ ਦੇਵਾਂ ਤਾਂ ਤੂੰ ਉਹਨੂੰ ਛੱਡ ਦੇਵੇਗਾ? ਨਾਨੀ ਜੀ ਨੇ ਸਵਾਲ ਕੀਤਾ। ਨਾਨੀ ਜੀ, ਤੁਸੀਂ ਤਾਂ 100 ਰੁਪਏ ਦੀ ਗੱਲ ਕਰਦੇ ਹੋ, ਮੰਮੀ ਤਾਂ 500 ਰੁਪਏ ਦੇਣ ਦੀ ਗੱਲ ਕਹਿ ਚੁੱਕੇ ਨੇ। ਮੈਨੂੰ ਕੋਈ 1000 ਰੁਪਇਆ ਵੀ ਦੇਵੇਗਾ ਤਾਂ ਮੈਂ ਗੰਗੂ ਨੂੰ ਛੱਡਣ ਲਈ ਤਿਆਰ ਨਹੀਂ ਹਾਂ। ਇਹ ਤਾਂ ਮੇਰੀ ਘਰ ਦੀ ਸ਼ਾਨ ਹੈ। ਮੇਰੇ ਬਹੁਤ ਸਾਰੇ ਮਿੱਤਰ ਰੋਜ਼ ਇਸ ਨੂੰ ਵੇਖਣ ਲਈ, ਇਹਦੇ ਖੇਡਣ ਲਈ ਇੱਥੇ ਆਉਂਦੇ ਨੇ। ਪਿੰਟੂ ਨੇ ਪਿੰਜਰੇ ਨੂੰ ਘੁਮਾਉਂਦੇ ਹੋਏ ਕਿਹਾ। ਨਾਨੀ ਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ 100 ਰੁਪਇਆ ਦਿੰਦੀ ਹਾਂ ਅਤੇ ਤੂੰ ਉਸ ਨੂੰ ਛੱਡ ਦੇ। ਅਤੇ ਅੱਗੋਂ ਜਿਹੜਾ ਸੀ ਪਿੰਟੂ ਬੋਲਿਆ, ਤੁਸੀਂ ਨਾਨੀ 100 ਰੁਪਏ ਦੀ ਗੱਲ ਕਰਦੇ ਹੋ, ਮੇਰੇ ਦੇ ਘਰ ਦੇ ਜਿਹੜੇ ਸੀ ਮੈਨੂੰ
ਉਹ ਮੰਮੀ ਮੇਰੀ ਜਿਹੜੀ ਸੀ ਮੈਨੂੰ 1000 ਰੁਪਏ ਤੱਕ ਦੀ ਕਹਿਣ ਦੀ ਗੱਲ ਕਰ ਰਹੀ ਸੀ, 500 ਰੁਪਏ ਤੱਕ ਦੀ ਕਹਿਣ ਦੀ ਗੱਲ ਕਰ ਰਹੀ ਸੀ। ਜੇ ਕੋਈ ਮੈਨੂੰ 1000 ਰੁਪਇਆ ਵੀ ਦੇਗਾ ਮੈਂ ਤਾਂ ਵੀ ਇਸਨੂੰ ਕਹਿੰਦਾ ਇਹ ਛੱਡਣਾ ਨਹੀਂ ਆ। ਇੱਕ ਦਿਨ ਪਿੰਟੂ ਸਕੂਲੇ ਗਿਆ ਹੋਇਆ ਸੀ। ਆਖਰੀ ਪੀਰੀਅਡ ਵੇਲੇ ਉਸਨੂੰ ਆਖਰੀ ਬੈਂਚ 'ਤੇ ਬੈਠਾ ਹੋਇਆ ਨੀਂਦ ਆ ਗਈ। ਜਦੋਂ ਛੁੱਟੀ ਹੋਇਆ 1 ਘੰਟਾ ਬੀਤ ਗਿਆ ਤਾਂ ਪਿੰਟੂ ਦੀ ਮੰਮੀ ਨੂੰ ਚਿੰਤਾ ਹੋਣ ਲੱਗੀ। ਜਦੋਂ ਉਸਨੇ ਉਹਨਾਂ ਦੇ ਸਬਰ ਦਾ ਪਿਆਲਾ ਛਲਕ ਪਿਆ ਤਾਂ ਉਸਦੇ ਪਿੰਟੂ ਦੇ ਪਾਪਾ ਨੂੰ ਫੋਨ 'ਤੇ ਸਾਰੀ ਗੱਲ ਦੱਸੀ ਅਤੇ ਪਿੰਟੂ ਦੇ ਪਾਪਾ ਦਫ਼ਤਰੋਂ ਘਰ ਆ ਗਏ। ਪਿੰਟੂ ਦੀ ਭਾਲ ਵਿੱਚ ਫੋਨ ਖੜਕਣ ਲੱਗੇ ਪਏ। ਪਾਪਾ ਨੇ ਪਿੰਟੂ ਦੀ ਮੰਮੀ ਨੂੰ ਪੁੱਛਿਆ, ਕਿਤੇ ਤੂੰ ਪਿੰਟੂ ਨੂੰ ਝਿੜਕ ਤਾਂ ਨਹੀਂ ਦਿੱਤੀ? ਗੁੱਸੇ ਹੋ ਕੇ ਕਿਧਰੇ ਇੱਧਰ ਉੱਧਰ ਭੱਜ ਗਿਆ ਹੋਵੇ? ਨਹੀਂ, ਇਹ ਗੱਲ ਤਾਂ ਮੈਂ ਆਪ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੀ ਸੀ। ਕਿਧਰੇ ਕੋਈ ਬੋਲ ਬੁਲਾਰਾ ਤੁਹਾਡੇ ਨਾਲ ਤਾਂ ਨਹੀਂ ਹੋਇਆ? ਮੰਮੀ ਨੇ ਪੁੱਛਿਆ। ਯਾਨੀ ਪਾਪਾ ਅਤੇ ਮੰਮੀ ਆਪਸ 'ਚ ਪੁੱਛ ਰਹੇ ਸੀ ਕਿ ਤੁਸੀਂ ਤਾਂ ਨਹੀਂ ਝਿੜਕ ਦਿੱਤਾ। ਇਹ ਆਪਸ 'ਚ ਗੱਲਾਂ ਜਿਹੜੀਆਂ ਸੀ ਕਰ ਰਹੇ ਸੀ। ਪਿੰਟੂ ਦਾ ਜਮਾਤੀ ਕਹਿ ਰਿਹਾ ਸੀ ਕਿ ਅੱਧੀ ਛੁੱਟੀ ਵੇਲੇ ਪਿੰਟੂ ਦੋਵਾਂ ਨੇ ਰੋਟੀ ਇਕੱਠੇ ਖਾਧੀ ਸੀ। ਪੰਕਜ ਕਹਿ ਰਿਹਾ ਸੀ ਕਿ ਅੱਜ ਉਹ ਮੇਰੇ ਨਾਲ ਬਹੁਤਾ ਖੇਡਿਆ ਨਹੀਂ, ਕਾਫੀ ਸੁਸਤ ਜਿਹਾ ਵਿਖਾਈ ਦੇ ਰਿਹਾ ਸੀ। ਯਾਨੀ ਪੰਕਜ ਨੇ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਉਹਦੀ ਜੋ ਵੀ ਗੱਲਬਾਤ ਪਿੰਟੂ ਨਾਲ ਸਕੂਲ ਵਿੱਚ ਹੋਈ ਸੀ ਉਸਨੇ ਦੱਸ ਦਿੱਤਾ। ਕੋਈ ਕੁਝ ਕਹਿ ਰਿਹਾ ਸੀ, ਕੋਈ ਕੁਝ, ਜਿੰਨੇ ਮੂੰਹ ਉਨੀਆਂ ਗੱਲਾਂ, ਪਰ ਅਜੇ ਪਿੰਟੂ ਦੀ ਕੋਈ ਊਂਗ ਸੂੰਗ ਨਹੀਂ ਸੀ ਮਿਲ ਰਹੀ। ਪਲਾਂ ਛਣਾਂ ਵਿੱਚ ਹੀ ਸਾਰੇ ਸਾਕੇ ਸੰਬੰਧੀਆਂ ਨੂੰ ਪੁੱਛ ਲਿਆ ਗਿਆ। ਪਿੰਟੂ ਦੀ ਮੰਮੀ ਚਿੰਤਾ ਵੱਧਦੀ ਜਾ ਰਹੀ ਸੀ। ਉਹਨਾਂ ਦੇ ਮਨ ਵਿੱਚ ਬੁਰੇ ਖਿਆਲ ਆਉਣ ਲੱਗ ਪਏ ਸਨ ਅਤੇ ਪਾਪਾ ਧੀਰਜ ਦੇ ਰਹੇ ਸਨ। ਸ਼ਾਮ ਪੈਣ ਲੱਗੀ ਤਾਂ ਮੰਮੀ ਪਾਪਾ ਥਾਣੇ ਰਿਪੋਰਟ ਲਿਖਾਉਣ ਲਈ ਜਾਣ ਲੱਗੇ। ਉੱਧਰੋਂ ਜਦੋਂ ਪਿੰਡ ਦਾ ਇੱਕ ਕਿਸਾਨ ਸੱਜਣ ਆਪਣੇ ਖੇਤੋਂ ਘਰ ਆ ਰਿਹਾ ਸੀ ਤਾਂ ਸਕੂਲ ਕੋਲੋਂ ਲੰਘਦਿਆਂ ਉਸਨੇ ਕਿਸੇ ਬੱਚੇ ਦੇ ਜ਼ੋਰਦਾਰ ਰੋਣ ਦੀ ਆਵਾਜ਼ ਸੁਣੀ। ਉਸਦਾ ਮੱਥਾ ਠਣਕਿਆ। ਉਹ ਸਕੂਲ ਦੀ ਕੰਧ ਟੱਪ ਕੇ ਅੰਦਰ ਗਿਆ। ਉਸਦਾ ਡਰ ਸੱਚਾ ਨਿਕਲਿਆ। ਉਸਨੇ ਵੇਖਿਆ ਕਿ ਕੋਈ ਬੱਚਾ ਸਕੂਲ ਦੇ ਕਮਰੇ ਵਿੱਚ ਬੰਦ ਪਿਆ ਹੈ ਅਤੇ ਬਾਰੀ ਖੋਲ੍ਹ ਕੇ ਉਸ ਰਾਹੀਂ ਚੀਂਕਦਾ ਹੋਇਆ ਆਖ ਰਿਹਾ ਸੀ, ਮੰਮੀ, ਮੰਮੀ, ਪਾਪਾ, ਪਾਪਾ ਜੀ। ਸੱਜਣ ਨੂੰ ਆਪਣੇ ਨੇੜੇ ਆਏ ਵੇਖ ਕੇ ਪਿੰਟੂ ਦੇ ਸਾਹ ਵਿੱਚ ਸਾਹ ਆਇਆ। ਉਹ ਰੋਂਦੇ ਹੋਏ ਸੱਜਣ ਨੂੰ ਦੱਸਿਆ ਕਿ ਆਪਣੀ ਜਮਾਤ ਵਿੱਚ ਪਿਛਲੇ ਬੈਂਚ 'ਤੇ ਬੈਠਾ ਸੀ। ਉਸਨੂੰ ਪਤਾ ਨਹੀਂ ਲੱਗਿਆ ਕਿ ਜਦੋਂ ਉਸ ਨੂੰ ਨੀਂਦ ਆ ਗਈ, ਕਦੋਂ ਛੁੱਟੀ ਹੋ ਗਈ। ਨਾ ਹੀ ਉਸਨੂੰ ਇਹ ਪਤਾ ਲੱਗਾ ਕਿ ਸਕੂਲ ਦਾ ਚੌਕੀਦਾਰ ਕਦੋਂ ਦਰਵਾਜ਼ੇ ਨੂੰ ਤਾਲਾ ਲਾ ਕੇ ਚਲਾ ਗਿਆ। ਇਹ ਸਾਰੀ ਗੱਲਬਾਤ ਜਿਹੜੀ ਸੀ ਪਿੰਟੂ ਨੇ ਉਸ ਕਿਸਾਨ ਆਦਮੀ ਨੂੰ ਉਹ ਦੱਸ ਦਿੱਤੀ। ਇਸ ਤਰੀਕੇ ਨਾਲ ਮੈਂ ਸਕੂਲ ਦੇ ਕਮਰੇ ਵਿੱਚ ਉਹ ਬੰਦ ਹੋ ਚੁੱਕਾ ਹਾਂ। ਕੋਈ ਗੱਲ ਨਹੀਂ ਬੇਟਾ, ਮੈਂ ਤੇਰੇ ਪਾਪਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਹੁਣੇ ਉਸਨੂੰ ਬੁਲਾ ਕੇ ਲਿਆਉਂਦਾ ਹਾਂ, ਤੂੰ ਚਿੰਤਾ ਨਾ ਕਰ। ਚੌਕੀਦਾਰ ਨੂੰ ਬੁਲਾ ਕੇ ਤਾਲਾ ਖੁਲਵਾ ਲੈਂਦੇ ਹਾਂ, ਹੁਣੇ, ਘਬਰਾ ਨਾ। ਸੱਜਣ ਉਸਨੂੰ ਧੀਰੇ ਦੇ ਕੇ ਉਹਦੇ ਪਾਪਾ ਕੋਲ ਜਾਣ ਲੱਗਾ। ਉੱਧਰ ਪਿੰਟੂ ਦੇ ਮੰਮੀ ਪਾਪਾ ਜਦੋਂ ਥਾਣੇ ਰਿਪੋਰਟ ਲਿਖਵਾਉਣ ਲਈ ਜਾ ਰਹੇ ਸਨ ਤਾਂ ਸੱਜਣ ਨੂੰ ਉਹਨਾਂ ਨੂੰ ਰਾਹ ਵਿੱਚ ਹੀ ਟੱਕਰ ਗਿਆ ਅਤੇ ਕਹਿਣ ਲੱਗਾ, ਤੁਹਾਡਾ ਲੜਕਾ ਸਕੂਲ ਦੇ ਕਮਰੇ ਵਿੱਚ ਬੰਦ ਪਿਆ ਹੈ ਅਤੇ ਰੋ ਰਿਹਾ ਹੈ, ਮੈਂ ਹੁਣੇ ਹੀ ਉਸ ਨੂੰ ਮਿਲ ਕੇ ਆਇਆ ਹਾਂ। ਤਾਂ ਜਦੋਂ ਪਿੰਟੂ ਦੇ ਮੰਮੀ ਪਾਪਾ ਸੀ ਥਾਣੇ ਰਿਪੋਰਟ ਲਿਖਾਉਣ ਲਈ ਜਾਣ ਲਈ ਸੀ, ਰਸਤੇ ਵਿੱਚ ਉਹਨਾਂ ਦਾ ਮਿਲਾਪ ਹੋ ਗਿਆ ਅਤੇ ਸਾਰੀ ਗੱਲਬਾਤ ਕਿਸਾਨ ਨੇ ਸੀ ਉਹਨਾਂ ਨੂੰ ਦੱਸ ਦਿੱਤੀ ਕਿ ਸਕੂਲ ਦੇ ਕਮਰੇ 'ਚ ਬੰਦ ਹੋ ਗਿਆ ਹੈ। ਉਸ ਨੂੰ ਕਿਸ ਨੇ ਬੰਦ ਕੀਤਾ? ਪਾਪਾ ਨੇ ਗੁੱਸੇ ਵਿੱਚ ਪੁੱਛਿਆ। ਫਿਰ ਉਹਨਾਂ ਨੇ ਆਪਣੇ ਸਕੂਲ ਦੇ ਉਸ ਸਕੂਟਰ 'ਤੇ ਉਸ ਨੂੰ ਪਿੱਛੇ ਬਿਠਾ ਕੇ ਸਕੂਲ ਦੇ ਵੱਲ ਤੇਜ਼ੀ ਨਾਲ ਜਾਣ ਲੱਗੇ। ਪਾਪਾ ਨੂੰ ਵੇਖ ਕੇ ਪਿੰਟੂ ਨੂੰ ਧਰਵਾਸ ਥੋੜ੍ਹਾ ਹੌਸਲਾ ਮਿਲਿਆ। ਉਸਨੇ ਪਾਪਾ ਨੇ ਸਕੂਲ ਵਿੱਚੋਂ ਹੀ ਉਸ ਪ੍ਰਿੰਸੀਪਲ ਨਾਲ ਮੋਬਾਈਲ 'ਤੇ ਗੱਲ ਕੀਤੀ ਅਤੇ ਉਹਨਾਂ ਦੇ ਅੱਗੇ ਚੌਕੀਦਾਰ ਬਿਰਜੂ ਨੂੰ ਫੋਨ ਕਰਕੇ ਝਟਪਟ ਸਕੂਲ ਵਿੱਚ ਪਹੁੰਚਣ ਲਈ ਹਦਾਇਤ ਕਰ ਦਿੱਤੀ ਅਤੇ ਖੁਦ ਹੀ ਸਕੂਲੇ ਪਹੁੰਚ ਗਏ। ਯਾਨੀ ਪਾਪਾ ਨੇ ਪ੍ਰਿੰਸੀਪਲ ਨੂੰ ਕਾਲ ਕੀਤਾ ਅਤੇ ਪ੍ਰਿੰਸੀਪਲ ਨੇ ਚੌਕੀਦਾਰ ਨੂੰ ਕਾਲ ਕੀਤਾ ਤਾਂ ਸਾਰੇ ਜਣੇ ਸੀ ਉਹ ਸਕੂਲੇ ਆ ਗਏ। ਕੁਝ ਹੀ ਸਮੇਂ ਬਾਅਦ ਬਿਰਜੂ ਆਪਣੇ ਬੇਟੇ ਦੇ ਸਕੂਟਰ ਪਿੱਛੇ ਬੈਠ ਕੇ ਸਕੂਲ ਵਿੱਚ ਆਇਆ। ਜਦੋਂ ਉਸਨੂੰ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਸਨੇ ਸਾਰਿਆਂ ਕੋਲ ਇਸ ਗਲਤੀ ਦੀ ਮਾਫ਼ੀ ਮੰਗ ਲਈ ਅਤੇ ਉਸਨੇ ਕਿਹਾ ਕਿ ਉਸ ਦੀ ਬਿਮਾਰ ਪਤਨੀ ਨੂੰ ਉਸਨੇ ਸ਼ਹਿਰ ਦੇ ਹਸਪਤਾਲ ਲੈ ਕੇ ਜਾਣਾ ਸੀ, ਇਸ ਲਈ ਕਾਹਲੀ ਵਿੱਚ ਉਹ ਸਕੂਲ ਦਾ ਹਰ ਇੱਕ ਕਮਰਾ ਚੈੱਕ ਨਹੀਂ ਕਰ ਸਕਿਆ। ਪਿੰਟੂ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਗਿਆ। ਸਭ ਨੇ ਸੁੱਖ ਦਾ ਸਾਹ ਲਿਆ। ਸ਼ੁਕਰ ਹੈ ਸੱਜਣ ਜੀ ਦਾ, ਜਿਨ੍ਹਾਂ ਨੇ ਖੇਤੋਂ ਆਉਂਦਿਆਂ ਬੱਚੇ ਦੀ ਆਵਾਜ਼ ਸੁਣ ਲਈ, ਨਹੀਂ ਤਾਂ ਪਤਾ ਨਹੀਂ ਕੀ ਭਾਣਾ ਵਾਪਰਨਾ ਸੀ। ਜੁੜੇ ਹੋਏ ਲੋਕ ਆਖ ਰਹੇ ਸਨ, ਪਿੰਟੂ ਦੇ ਮੰਮੀ ਪਾਪਾ ਸੱਜਣ ਦਾ ਧੰਨਵਾਦ ਕਰਦੇ ਨਹੀਂ ਸੀ ਥੱਕ ਰਹੇ। ਤਦ ਤੱਕ ਪਿੰਟੂ ਦੀ ਘਬਰਾਹਟ ਦੂਰ ਹੋ ਗਈ ਸੀ। ਉਹ ਸਹਿਜਤਾ ਹਾਲਤ ਵਿੱਚ ਆ ਗਿਆ। ਉਸਨੇ ਉਸੇ ਦਿਨ ਤੋਤੇ ਨੂੰ ਆਜ਼ਾਦ ਕਰ ਦਿੱਤਾ ਅਤੇ ਕਹਿ ਰਿਹਾ ਸੀ, ਸਾਨੂੰ ਕਿਸੇ ਦੀ ਆਜ਼ਾਦੀ ਖੋਹਣ ਦਾ ਕੋਈ ਹੱਕ ਨਹੀਂ ਹੈ।
यानी उसने उस दिन तो समझ लिया इसनों कि चाहे मनुख होए, चाहे जीव जंतु होए ਜਾਂ ਪੰਛੀ ਹੋਵੇ, ਕੋਈ ਵੀ ਹੋਵੇ, ਸਾਨੂੰ ਕਿਸੇ ਨੂੰ ਵੀ ਜਿਹੜਾ ਕੈਦ ਕਰਕੇ ਜਿਹੜਾ ਨਹੀਂ ਰੱਖਣਾ ਚਾਹੀਦਾ। ਆਜ਼ਾਦੀ ਉਹਨਾਂ ਦਾ ਜਨਮ ਸਿੱਧ ਅਧਿਕਾਰ ਹੈ ਅਤੇ ਉਹਨਾਂ ਨੂੰ ਜਿਹੜਾ ਆਜ਼ਾਦ ਰਹਿਣਾ ਚਾਹੀਦਾ। ਇਸ ਕਰਕੇ ਪਿੰਟੂ ਨੇ ਵੀ ਜਿਹੜਾ ਸੀ ਉਸ ਤੋਤੇ ਨੂੰ ਜਿਹੜਾ ਸੀ ਉਹ ਆਜ਼ਾਦ ਕਰ ਦਿੱਤਾ। ਥੈਂਕ ਯੂ।